वाहिगुरु जी का खालसा वाहिगुरु जी की फतेह। धन धन बाबा महाराज सिंह जी का शहीदी दिहाड़ा। सचखंड वासी बाबा जरनैल सिंह जी नागो के वाले मुखी छावनी शहीद भाई महाराज सिंह जी नौरंगाबादी मौजूदा जदर सेवादार भाई रछपाल सिंह जी नौरंगाबादी ਵੱਲੋਂ ਪੰਥ ਵਾਲੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਪਿਆਰੇ ਭਾਈ ਦਇਆ ਸਿੰਘ ਜੀ ਵਾਲੀ ਟਕਸਾਲ ਦੇ ਸੰਤ ਸਿਪਾਹੀ ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀ ਦੇ ਉੱਤਰਾਧਿਕਾਰੀ ਸ਼ਹੀਦ ਭਾਈ ਮਹਾਰਾਜ ਸਿੰਘ ਜੀ ਨੌਰੰਗਾਬਾਦੀ ਜੀ ਦਾ ਤਪ ਸਥਾਨ ਬਾਬਾ ਜਰਨੈਲ ਸਿੰਘ ਨਾਗੋਕੇ ਵਾਲਿਆਂ ਦੀ ਕਿਰਪਾ ਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਜਿੱਥੇ ਹਰ ਸਾਲ ਦੀ 5 ਜੁਲਾਈ ਨੂੰ ਬਾਬਾ ਮਹਾਰਾਜ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਮਿਤੀ 5 ਜੁਲਾਈ 2020 ਨੂੰ ਮੌਜੂਦਾ ਜੱਦਰ ਸੇਵਾਦਾਰ ਭਾਈ ਰਛਪਾਲ ਸਿੰਘ ਜੀ ਵੱਲੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ श्री दसम ग्रंथ महाराज जी के पाठां के भोग पाए गए, जिथे अनेका संगतां ने हाज़री भरी अते गुरु का अतुट लंगर भी वरताया गया। जिथे सिंह साहब जदर बाबा जरनैल सिंह जी खालसा मुखी मिस्र रामगढ़िया भारत विश्व हिंदुस्तान ने अपनी हाज़री लगवाई। जंगे आज़ादी के पहले शहीद बाबा महाराज सिंह जी बाबत सरदार जोगिंदर सिंह ओबराए जी ने अपनी कलम राही लिखिया कि भारत की आज़ादी लई संघर्ष करदियां समुचे देश चों सब तो पहली शहादत बाबा महाराज सिंह जी ने दी। इस महान योधे का जन्म 13 जनवरी 1780 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋਂ ਉੱਚੀ ਵਿੱਚ ਹੋਇਆ। ਬਚਪਨ ਤੋਂ ਹੀ ਆਪ ਪਰਮਾਤਮਾ ਦੀ ਬੰਦਗੀ ਨਾਲ ਜੁੜੇ ਰਹੇ। ਮੁੱਢਲੀ ਵਿੱਦਿਆ ਹਾਸਲ ਕਰਨ ਉਪਰੰਤ ਖੇਤੀ ਦੇ ਕੰਮਾਂ ਵਿੱਚ ਬਹੁਤ ਮਿਹਨਤ ਕੀਤੀ। ਜਵਾਨੀ ਵਿੱਚ ਪੈਰ ਧਰਦਿਆਂ ਬਾਬਾ ਜੀ ਨੌਰੰਗਾਬਾਦ ਚਲੇ ਗਏ, ਜਿੱਥੇ ਉਹਨਾਂ ਦਾ ਸੰਪਰਕ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਨਾਲ ਹੋਇਆ। ਉਹਨਾਂ ਦੇ ਡੇਰੇ ਵਿੱਚ ਰਹਿ ਕੇ ਬਾਬਾ ਮਹਾਰਾਜ ਸਿੰਘ ਨੇ ਗੁਰਮਤਿ ਦੀ ਵਿੱਦਿਆ ਹਾਸਲ ਕੀਤੀ ਅਤੇ ਲੰਮਾ ਸਮਾਂ ਡੇਰੇ ਦੀ ਪ੍ਰਬੰਧਕੀ ਸੇਵਾ ਨਿਭਾਈ, ਜਿਸ ਸਦਕਾ ਬਾਬਾ ਵੀਰ ਸਿੰਘ ਨੇ ਸਵਰਗਵਾਸ ਹੋਣ ਪਿੱਛੋਂ ਉਹਨਾਂ ਨੂੰ ਡੇਰੇ ਦਾ ਮੁਖੀ ਥਾਪਿਆ। ਇਸੇ ਥਾਂ 'ਤੇ ਹੀ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਆਰੰਭਿਆ। ਉਨੀ ਦਿਨੀ ਉਹ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਆਏ ਅਤੇ ਅਰਦਾਸ ਕਰਕੇ ਪ੍ਰਣ ਕੀਤਾ, ਮੈਂ ਭਾਰਤ ਦੀ ਆਜ਼ਾਦੀ ਲਈ ਲੜਾਂਗਾ ਅਤੇ ਜੇ ਕਾਮਯਾਬ ਨਾ ਹੋ ਸਕਿਆ ਤਾਂ ਸ਼ਹੀਦੀ ਪ੍ਰਾਪਤ ਕਰਾਂਗਾ। ਇਸ ਸੰਬੰਧੀ ਜਦੋਂ ਅੰਗਰੇਜ਼ ਸਰਕਾਰ ਨੂੰ ਪਤਾ ਲੱਗਿਆ ਤਾਂ ਉਸਨੇ ਬਾਬਾ ਜੀ ਦੇ ਵਾਰੰਟ ਗ੍ਰਿਫਤਾਰੀ ਜਾਰੀ ਕਰ ਦਿੱਤੇ ਅਤੇ ਭਾਰੀ ਇਨਾਮ ਦਿੱਤੇ ਜਾਣ ਦਾ ਐਲਾਨ ਕੀਤਾ। ਬਾਬਾ ਜੀ ਰੂਪੁਸ਼ ਹੋ ਗਏ ਅਤੇ ਦੇਸ਼ ਦੀਆਂ ਅਨੇਕਾਂ ਥਾਵਾਂ 'ਤੇ ਜਾ ਕੇ ਦੇਸ਼ ਪ੍ਰੇਮੀਆਂ ਨੂੰ ਲੈਕਚਰ ਦਿੱਤੇ ਅਤੇ ਆਜ਼ਾਦੀ ਸੰਘਰਸ਼ ਲਈ ਭਰੇ ਰਿਹਾ। ਫਰਵਰੀ 1849 ਵਿੱਚ ਜਦੋਂ ਗੁਜਰਾਤ ਵਿੱਚ ਸਿੱਖ ਫੌਜਾਂ ਆਪਣੇ ਵਿਰੋਧੀਆਂ ਅੱਗੇ ਆਤਮ ਸਮਰਪਣ ਕਰਨ ਲੱਗੀਆਂ ਤਾਂ ਉਹ ਅਚਾਨਕ ਉੱਥੇ ਪੁੱਜ ਗਏ। 80 ਸਾਲਾਂ ਬਜ਼ੁਰਗ ਨੇ ਉੱਥੇ ਅਜਿਹਾ ਜੋਸ਼ੀਲਾ ਭਾਸ਼ਣ ਦਿੱਤਾ ਕਿ ਸਿੱਖ ਫੌਜਾਂ ਮੁੜ ਮੈਦਾਨ ਵਿੱਚ ਡਟ ਗਈਆਂ। ਬਾਬਾ ਜੀ ਨੇ ਅੰਗਰੇਜ਼ ਸਰਕਾਰ ਵਿਰੁੱਧ ਬਗਾਵਤ ਕਰਨ ਅਤੇ ਜ਼ੋਰਦਾਰ ਗਦਰ ਮਚਾਉਣ ਲਈ ਆਪਣੇ ਸਾਥੀਆਂ ਸਮੇਤ 3 ਜਨਵਰੀ 1850 ਦਾ ਦਿਨ ਮਿਥਿਆ, ਜਿਸ ਅਨੁਸਾਰ ਜਲੰਧਰ, ਹੁਸ਼ਿਆਰਪੁਰ ਆਦਿ ਦੀਆਂ ਫੌਜੀ ਛਾਉਣੀਆਂ ਵਿੱਚ ਅਚਾਨਕ ਵਿਦਰੋਹ ਕੀਤਾ ਜਾਣਾ ਸੀ। ਇਸ ਸੰਬੰਧੀ ਗੁਪਤ ਰੂਪ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਕਿ 6 ਦਿਨ ਪਹਿਲਾਂ 28 ਦਸੰਬਰ ਨੂੰ ਅਚਾਨਕ ਇੱਕ ਮੁਸਲਮਾਨ ਜਸੂਸ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਸਾਰੇ ਮਾਮਲੇ ਦੀ ਸੂਚਨਾ ਦੇ ਦਿੱਤੀ ਅਤੇ ਆਦਮਪੁਰ ਦੁਆਬੇ ਦੀ ਝਿੜੀ ਵਿੱਚੋਂ ਬਾਬਾ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ। ਅੰਗਰੇਜ਼ ਸਰਕਾਰ ਨੇ ਪਹਿਲਾਂ ਬਾਬਾ ਜੀ ਨੂੰ ਜਲੰਧਰ ਛਾਉਣੀ ਦੀ ਜੇਲ੍ਹ ਵਿੱਚ ਕੈਦ ਰੱਖਿਆ, ਕਈ ਦਿਨ ਭੁੱਖਾ ਪਿਆਸਾ ਰੱਖਿਆ। ਇਸ ਪਿੱਛੋਂ ਕਲਕੱਤੇ ਦੇ ਵਿਲੀਅਮ ਫਾਰਮ ਕਿਲੇ ਵਿੱਚ ਕਾਫੀ ਸਮਾਂ ਕੈਦ ਵਿੱਚ ਸੁੱਟੀ ਰੱਖਿਆ।
ਅਤੇ ਬਾਅਦ ਵਿੱਚ ਉਹਨਾਂ ਨੂੰ ਸਿੰਗਾਪੁਰ ਦੀ ਜੇਲ੍ਹ ਵਿੱਚ ਲਿਜਾ ਕੇ ਕਾਲ ਕੋਠੀ ਵਿੱਚ ਬੰਦ ਕਰ ਦਿੱਤਾ, ਜਿੱਥੇ ਹਵਾ ਅਤੇ ਰੋਸ਼ਨੀ ਦਾ ਕੋਈ ਪ੍ਰਬੰਧ ਨਹੀਂ ਸੀ। ਇਸ ਜੇਲ੍ਹ ਵਿੱਚ ਬਾਬਾ ਜੀ ਨੇ 6 ਵਰ੍ਹੇ ਕੈਦ ਰਹੇ। ਫਿਰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਉਹਨਾਂ ਨੂੰ ਘੇਰ ਲਿਆ, ਜਿਸ ਦੇ ਸਿੱਟੇ ਵਜੋਂ ਉਹ 5 ਜੁਲਾਈ 1856 ਨੂੰ ਦੇਸ਼ ਦੀ ਆਜ਼ਾਦੀ ਲਈ ਸ਼ਹੀਦੀ ਪਾ ਗਏ। ਦੇਸ਼ ਦੀ ਆਜ਼ਾਦੀ ਦੇ 25-26 ਵਰ੍ਹੇ ਬੀਤ ਜਾਣ ਪਿੱਛੋਂ ਪਹਿਲੀ ਵਾਰ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਹੇਠਾਂ ਲਗਾਤਾਰ 2 ਸਾਲ ਬਾਬਾ ਜੀ ਦੇ ਪਿੰਡ ਰੱਬੋਂ ਉੱਚੀ ਵਿੱਚ ਸਰਕਾਰੀ ਪੱਧਰ 'ਤੇ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਪਿੱਛੋਂ ਫਿਰ 22-23 ਵਰ੍ਹੇ ਕਿਸੇ ਵੀ ਸਰਕਾਰ ਨੇ ਇਸ ਮਹਾਨ ਯੋਧੇ ਦੀ ਯਾਦ ਨਹੀਂ ਮਨਾਈ। ਇਲਾਕੇ ਦੇ ਅਕਾਲੀ ਆਗੂ ਜੱਦਰ ਮੰਗਤ ਰਾਏ ਸਿੰਘ ਲਸਾੜਾ ਦੇ ਯਤਨਾਂ ਸਦਕਾ ਕੁਝ ਵਰ੍ਹੇ ਪਹਿਲਾਂ ਉਦੋਂ ਦੇ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਬੂਵਾਲੀਆ ਨੇ ਬਾਬਾ ਜੀ ਦੇ ਪਿੰਡ ਰੱਬੋ ਉੱਚੀ ਵਿੱਚ ਸ਼ਹੀਦੀ ਸਮਾਰਕ ਤੇ ਹੋਰ ਯਾਦਗਾਰਾਂ ਕਾਇਮ ਕਰਨ ਦੇ ਯਤਨ ਆਰੰਭੇ, ਪਰ ਕਈ ਕਾਰਜਾਂ ਦੀਆਂ ਫਾਈਲਾਂ ਅਜੇ ਵੀ ਦਫ਼ਤਰਾਂ ਦੇ ਗੇੜੇ ਕੱਢ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੇ ਮਰਹੂਮ ਪ੍ਰਧਾਨ ਗੁਰਬਚਨ ਸਿੰਘ ਟੋੜਾ ਦੇ ਯਤਨਾਂ ਨਾਲ ਸ਼ਹੀਦੀ ਦਿਹਾੜੇ ਨੂੰ ਸਰਕਾਰੀ ਪੱਧਰ 'ਤੇ ਮਨਾਉਣਾ ਆਰੰਭ ਹੋਇਆ। ਬਾਬਾ ਵੀਰ ਸਿੰਘ ਜੀ, ਉਹਨਾਂ ਦੇ ਜਾਨਸ਼ੀਲ ਬਾਬਾ ਖੁਦਾ ਸਿੰਘ ਅਤੇ ਬਾਬਾ ਮਹਾਰਾਜ ਸਿੰਘ ਜੀ ਦੇ ਜੀਵਨ ਅਤੇ ਇਤਿਹਾਸ ਬਾਰੇ ਇੱਕੋ ਇੱਕ ਪੁਰਾਤਨ ਰਚਨਾ ਪੰਡਿਤ ਸ਼ੇਰ ਸਿੰਘ ਦੁਆਰਾ ਰਚਿਤ ਗ੍ਰੰਥ ਸ਼੍ਰੀ ਬੀਰ ਮਰਗੇਸ਼ ਗੁਰਬਿਲਾਸ ਦੇਵਤਰੂ ਹੈ, ਜਿਸ ਦੀਆਂ ਪੁਰਾਤਨ ਕਾਪੀਆਂ ਉਪਲਬਧ ਨਾ ਹੋਣ ਕਾਰਨ ਸੰਤ ਜਗਜੀਤ ਸਿੰਘ ਹਰਖੋਵਾਲ, ਸੰਤ ਆਸ਼ਰਮ ਬਾਬਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਨੇ ਮੁੜ ਪ੍ਰਕਾਸ਼ਿਤ ਕਰਵਾਇਆ ਹੈ। ਇਸੇ ਸਰੋਤ ਦੀ ਵਰਤੋਂ ਕਰਦਿਆਂ ਅਤੇ ਸੀਨਾ ਬਸੀਨਾ ਪ੍ਰਚਲਿਤ ਗਾਥਾਵਾਂ ਨੂੰ ਲੈ ਕੇ ਕੁਝ ਹੋਰ ਵਿਦਵਾਨਾਂ ਨੇ ਵੀ ਪੁਸਤਕਾਂ ਲਿਖੀਆਂ ਹਨ, ਪਰੰਤੂ ਸਿੱਖ ਇਤਿਹਾਸ ਵਿੱਚ ਉਹਨਾਂ ਦੀ ਦੇਣ ਸਾਡੇ ਆਜ਼ਾਦੀ ਸੰਗਰਾਮ ਉੱਪਰ ਉਹਨਾਂ ਦੀ ਸ਼ਹਾਦਤ ਅਤੇ ਕੁਰਬਾਨੀ ਦੀ ਭੂਮਿਕਾ ਸੰਬੰਧੀ ਵੱਡੀ ਖੋਜ ਕਰਨ ਦੀ ਲੋੜ ਹੈ। ਉਹਨਾਂ ਦੇ ਜਾਨਸ਼ੀਲ ਬਾਬਾ ਖੁਦਾ ਸਿੰਘ 5 ਸਾਲ ਨਜ਼ਰਬੰਦ ਰਹੇ ਅਤੇ ਬਾਬਾ ਮਹਾਰਾਜ ਸਿੰਘ, ਜਿਨ੍ਹਾਂ ਨੂੰ ਹਿੰਦੁਸਤਾਨ ਦੀ ਜੰਗ ਆਜ਼ਾਦੀ ਦੇ ਪਹਿਲੇ ਸ਼ਹੀਦ ਵਜੋਂ ਭਾਰਤ ਦੀ ਸੰਸਦ ਨੇ ਮਾਨਤਾ ਦਿੱਤੀ ਹੈ, ਜੋ ਸਿੰਗਾਪੁਰ ਵਿਖੇ ਜਲਾਵਤਨ ਕੀਤੇ ਗਏ ਸਨ। ਬਾਬਾ ਵੀਰ ਸਿੰਘ ਜੀ ਦਾ ਜਨਮ ਸਾਵਣ ਸੁਦੀ ਤੀਜ 1825 ਬਿਕਰਮ ਨੂੰ ਨਗਰ ਗੱਗੋਬੂਆ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੇਵਾ ਸਿੰਘ ਜੀ ਦੇ ਘਰ ਮਾਤਾ ਧਰਮ ਕੌਰ ਜੀ ਦੀ ਕੁੱਖੋਂ ਹੋਇਆ। ਆਪਣੇ ਪਿਤਾ ਦੀ ਮੌਤ ਮਗਰੋਂ ਉਹਨਾਂ ਦੀ ਥਾਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰ ਜਵਾਨੀ ਵਿੱਚ ਭਰਤੀ ਹੋ ਗਏ। ਪਿਸ਼ਾਵਰ ਵਾਲੇ ਪਾਸੇ ਤਾਰਾ ਨਗਰ ਵਿੱਚ ਪਠਾਨਾਂ ਨਾਲ ਹੋਈ ਲੜਾਈ ਵਿੱਚ ਉਹ ਵਿਰੋਧੀ ਫੌਜ ਦੇ ਘੇਰੇ ਵਿੱਚ ਆ ਗਏ ਅਤੇ ਉਹਨਾਂ ਦੀ ਕਿਰਪਾਨ ਟੁੱਟ ਗਈ। ਜਿਸ ਚਮਤਕਾਰੀ ਢੰਗ ਨਾਲ ਉਹ ਦੁਸ਼ਮਣਾਂ ਦੇ ਘੇਰੇ ਵਿੱਚੋਂ ਬਾਹਰ ਨਿਕਲ ਆਏ, ਉਸ ਦਾ ਉਹਨਾਂ ਦੇ ਜੀਵਨ ਉੱਪਰ ਗਹਿਰਾ ਅਸਰ ਪਿਆ ਅਤੇ ਉਹਨਾਂ ਨੇ ਫੌਜ ਦੀ ਨੌਕਰੀ ਛੱਡ ਕੇ ਭਗਤੀ ਮਾਰਗ ਅਪਣਾ ਲਿਆ। ਉਹਨਾਂ ਨੇ ਪਹਿਲਾਂ ਬਾਬਾ ਭਾਗ ਸਿੰਘ ਜੀ ਖੁਰੀ ਵਾਲਿਆਂ ਪਾਸ ਅਤੇ ਬਾਅਦ ਵਿੱਚ ਬਾਬਾ ਸਾਹਿਬ ਸਿੰਘ ਬੇਦੀ ਊਨਾ ਵਾਲਿਆਂ ਪਾਸ ਸੇਵਾ ਕੀਤੀ, ਜਿਨ੍ਹਾਂ ਦੀ ਪ੍ਰੇਰਨਾ ਨਾਲ ਉਹਨਾਂ ਨੌਰੰਗਾਬਾਦ ਵਿਖੇ ਗੁਰੂ ਕਾ ਲੰਗਰ ਚਲਾਇਆ। ਲਾਹੌਰ ਦਰਬਾਰ ਵਿੱਚ ਡੋਗਰਿਆਂ ਅਤੇ ਸੰਧਾਂ ਵਾਲੀਆਂ ਦੀ ਆਪਸੀ ਈਰਖਾ ਅਤੇ ਡੋਗਰਿਆਂ ਵੱਲੋਂ ਅੰਗਰੇਜ਼ਾਂ ਨਾਲ ਅੰਦਰ ਖਾਤੇ ਮਿਲ ਕੇ ਕਸ਼ਮੀਰ ਆਪ ਲੈ ਕੇ ਪੰਜਾਬ ਅੰਗਰੇਜ਼ਾਂ ਨੂੰ ਦੇਣ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਸਨ। ਵਜ਼ੀਰ ਹੀਰਾ ਸਿੰਘ ਦੀ ਹੁੱਲੜਬਾਜੀ ਤੋਂ ਤੰਗ ਆ ਕੇ ਸੰਧਾਂ ਵਾਲੀਏ ਸਰਦਾਰ ਅਤਰ ਸਿੰਘ, ਅਜੀਤ ਸਿੰਘ ਕੰਵਰ, ਕਸ਼ਮੀਰਾ ਸਿੰਘ, ਪਿਸ਼ੋਰਾ ਸਿੰਘ, ਜਵਾਹਰ ਸਿੰਘ, ਹਰੀ ਸਿੰਘ ਨਲੂਆ ਦਾ ਪੁੱਤਰ ਆਦਿ ਬਾਬਾ ਵੀਰ ਸਿੰਘ ਜੀ ਪਾਸ ਸ਼ਰਨ ਲੈਣ ਆ ਗਏ। ਅਤਰ ਸਿੰਘ ਵਗੈਰਾ ਨੂੰ ਲਾਹੌਰ ਦਰਬਾਰ ਦੇ ਹਵਾਲੇ ਕਰਨ ਦੇ ਬਹਾਨੇ ਫੌਜਾਂ ਨੇ ਬਾਬਾ ਜੀ ਨੂੰ ਪ੍ਰਚਾਰ ਦੌਰਾਨ ਡੇਰਾ ਮੁਠਿਆਂਵਾਲੀ ਵਿਖੇ 26 ਵਿਸਾਖ ਨੂੰ ਘੇਰਾ ਪਾ ਲਿਆ। ਬਾਬਾ ਜੀ ਪਾਸ ਯੋਧਿਆਂ ਦੇ ਹਥਿਆਰਾਂ ਦੀ ਕੋਈ ਘਾਟ ਨਹੀਂ ਸੀ। ਉਹਨਾਂ ਪਾਸ ਘੋੜਸਵਾਰਾਂ ਸਮੇਤ 26,000 ਤਿਆਰ ਸਿੰਘ ਸਨ, ਪਰੰਤੂ ਬਾਬਾ ਜੀ ਨੇ ਫੈਸਲਾ ਕੀਤਾ ਸ਼ਰਨ ਆਏ ਦੀ ਰਾਖੀ ਕਰਨੀ ਅਤੇ ਭਰਾਵਾਂ 'ਤੇ ਵਾਰ ਨਹੀਂ ਕਰਨਾ। ਬਾਬਾ ਜੀ ਦੇ ਹੁਕਮਾਂ ਅਨੁਸਾਰ ਦੀਵਾਨ ਸਜਾਇਆ ਗਿਆ। ਸਾਰੀ ਰਾਤ ਭਜਨ ਬੰਦਗੀ ਹੁੰਦੀ ਰਹੀ ਅਤੇ ਤੜਕਸਾਰ ਹੋਏ ਹਮਲੇ ਵਿੱਚ ਸਰੀਰ 'ਤੇ ਲੱਗੀਆਂ 18 ਗੋਲੀਆਂ ਅਤੇ ਤੋਪ ਦੇ ਗੋਲੇ ਕਾਰਨ ਸ਼ਾਂਤਮਈ ਰਹਿੰਦੇ ਹੋਏ ਸ਼ਹੀਦੀ ਜਾਮ ਪੀਤਾ। ਉਹਨਾਂ ਦੀ ਸ਼ਹੀਦੀ ਵੇਲੇ ਦੇ ਵਸਤਰ ਅਤੇ ਸ਼ਸਤਰ ਅੱਜ ਵੀ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਪੁਰਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿਖੇ ਸੰਭਾਲੇ ਹੋਏ ਹਨ। ਉਹਨਾਂ ਦੀ ਯਾਦ ਵਿੱਚ ਹਰ ਸਾਲ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਤੋਂ ਇਲਾਵਾ ਨਰੰਗਾਬਾਦ, ਗੱਗੋਬੂਆ, ਮੁਠਿਆਂਵਾਲੀ, ਰਤੋਕੀ ਅਤੇ ਹੋਰ ਸੈਂਕੜੇ ਸਥਾਨਾਂ ਉੱਪਰ ਸ਼ਹੀਦੀ ਜੋੜ ਮੇਲੇ ਲੱਗਦੇ ਹਨ।
महला चौथा। हर नामा हर रंग है, हर रंग मजीठा रंग। गुर तुठै हर रंग चाढ़िया, फिर बहुड़ ना होवी भंग। हर नामा हर रंग है, हर रंग मजीठा रंग। गुर तुठै हर रंग चाढ़िया, फिर बहुड़ ना होवी भंग। मेरे मन हर राम नाम कर रंग। गुर तुठै हर उपदेसिया, हर भेटिया राओ निसंग। रहाओ मुंद इयाणी मनमुखी, फिर आवन जाना अंग। हर प्रभ चित न आयो, मन दूजा भाव सहलंग। हम मैल भरे दुह चारिया, हर राखो अंगी अंग। गुर अमृत सर ने बुलाया, सब लाथे किल वेख पंग। हर दीना दीन दयाल प्रभ, सत संगत मिलो संग। फिर संगत हर रंग पाया, हर दीना दीन दयाल प्रभ, सत संगत मिलो संग। फिर संगत हर रंग पाया, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਇੱਕ ਓੰਕਾਰ ਸਵਈਆ ਪਾਤਸ਼ਾਹੀ ਦਸਵੀਂ। ਜੋ ਕਿਛ ਲੇਖ ਲਿਖਿਓ ਵਿਦਨਾ, सोई पायत मिसर जू शोक निवारो। मेरो कछु अपराध नहीं, गयो याद ते भूल न है, कोप चितारो। जो किछ लेख लिख लियो, जो किछ लेख लिखियो विदना सोई पायत मिसर जू शोक निवारो। मेरो कछु अपराध नहीं, गयो याद ते भूल न है, कोप चितारो। बागो निहाली बैठाए दहो आज, भले तुमको निश्चय जी अतारो। क्षत्रि सब कृत विपन के, इन्हों पर कटाश कृपा कै निहारो। सवैया जुट जिते इन्हीं के प्रसाद, इन्हीं के प्रसाद सो दान करे। इन्हीं की कृपा गुरु नाम वाले।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਹੜਾ ਸਿੱਖ ਸੂਰਮਾ ਸੀਗਾ ਜਿਸ ਨੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਕੈਦ ਚੋਂ ਛਡਾਉਣ ਦੀ ਕੋਸ਼ਿਸ਼ ਕੀਤੀ? ਉਹ ਕਿਹੜਾ ਸੰਤ ਸੀਗਾ ਜਿਸ ਨੇ ਆਪਣੀਆਂ ਬਾਹਾਂ ਉਬਲਦੀ ਹੋਈ ਦੇਗ ਦੇ ਵਿੱਚ ਪਾ ਦਿੱਤੀਆਂ ਸੀਗੀਆਂ? ਉਹ ਕਿਹੜਾ ਸੂਰਮਾ ਸੀਗਾ ਜਿਹਨੂੰ ਗੋਰਿਆਂ ਨੇ ਫੜ ਕੇ ਜੇਲ੍ਹ 'ਚ ਸੁੱਟ ਦਿੱਤਾ, ਕਾਲੇ ਪਾਣੀ ਦੀ ਸਜ਼ਾ ਦਿੱਤੀ? ਉਹਦਾ ਇਤਿਹਾਸ ਤੁਹਾਡੇ ਨਾਲ ਅੱਜ ਸਾਂਝਾ ਕਰਨ ਲੱਗੇ ਆ। ਮੈਂ ਵਾਅਦਾ ਕਰਦਾ ਵਾਂ ਤੁਹਾਡੇ ਚੋਂ ਤਕਰੀਬਨ ਕਿਸੇ ਨੇ ਵੀ ਇਹ ਇਤਿਹਾਸ ਨਹੀਂ ਸੁਣਿਆ ਹੋਵੇਗਾ ਪਹਿਲਾਂ। ਮੇਰੀ ਇੱਕ ਹੀ ਬੇਨਤੀ ਆ, ਸਾਡਾ ਪੇਜ ਨਿਸ਼ਾਨ ਸਿੰਘ ਆਸਟ੍ਰੇਲੀਆ ਲਾਈਕ ਕਰੋ, ਸ਼ੇਅਰ ਕਰੋ। ਇਹ ਵੀਡੀਓ ਜਿਹਦੇ ਵਿੱਚ ਜੇ ਤੁਹਾਨੂੰ ਨਵਾਂ ਇਤਿਹਾਸ ਸੁਣਨ ਲਈ ਅੱਜ ਮਿਲਦਾ ਵਾ ਤੇ ਇਹਨੂੰ ਅੱਗੇ ਜ਼ਰੂਰ ਸ਼ੇਅਰ ਕਰੋ ਔਰ ਇਹਨੂੰ ਡਿਟੇਲ 'ਚ ਜ਼ਰੂਰ ਪੜੋ ਤੇ ਨਾਲੇ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਇਹ ਪਹਿਲਾਂ ਸੁਣਿਆ ਹੋਇਆ ਸੀਗਾ ਕਿ ਜਾਂ ਤੁਹਾਡੇ ਵਾਸਤੇ ਨਵਾਂ ਸੀਗਾ। ਗੱਲ ਕਰਦਾ ਰਾਹੋਂ ਪਿੰਡ ਲੁਧਿਆਣੇ ਜ਼ਿਲ੍ਹੇ ਦੇ ਵਿੱਚ 1770 ਦੇ ਵਿੱਚ ਭਾਈ ਗੁਰਮੁਖ ਸਿੰਘ ਦੇ ਘਰੇ ਪੁੱਤਰ ਪੈਦਾ ਹੁੰਦਾ। ਨਾਮ ਰੱਖਿਆ ਨਿਹਾਲ ਸਿੰਘ। ਨਿਹਾਲ ਸਿੰਘ ਵੱਡਾ ਹੁੰਦਾ, ਸਕੂਲ ਜਾਣ ਲੱਗਦਾ, ਬੜਾ ਗੁਰਮੁਖੀ 'ਚ ਗੁਰਸਿੱਖੀ 'ਚ ਉਹਦੀ ਦਿਲਚਸਪੀ ਆ। ਇੱਕ ਦਿਨ ਬਾਬਾ ਵੀਰ ਸਿੰਘ ਨੌਰੰਗਾਬਾਦ ਵਾਲੇ ਪ੍ਰਚਾਰ ਕਰਦੇ ਹੁੰਦੇ, ਪ੍ਰਚਾਰ ਸੁਣ ਕੇ ਬਹੁਤ ਪ੍ਰਭਾਵਿਤ ਹੁੰਦੇ ਆ। ਨਿਹਾਲ ਸਿੰਘ ਉਹਨਾਂ ਦੇ ਨਾਲ ਹੀ ਚਲਿਆ ਜਾਂਦਾ। ਉਹਨਾਂ ਦੇ ਕੋਲੋਂ ਅੰਮ੍ਰਿਤ ਛਕ ਕੇ ਨਾਂ ਰੱਖਿਆ ਜਾਂਦਾ ਭਗਵਾਨ ਸਿੰਘ। ਭਗਵਾਨ ਸਿੰਘ ਬਣ ਕੇ ਸੇਵਾ ਕਰਦਾ ਦਿਨ ਰਾਤ, ਲੰਗਰ ਦੇ ਵਿੱਚ ਸੇਵਾ ਕਰਦੇ ਰਹਿੰਦੇ ਆ। ਇੱਕ ਦਿਨ ਕੀ ਆ, ਸਾਰਾ ਦਿਨ ਬੰਦਗੀ ਕਰਦਿਆਂ ਹੋਇਆ ਪ੍ਰਸ਼ਾਦੇ ਪਕਾ ਰਹੇ ਆ। ਅਚਾਨਕ ਇੱਕ ਸਿੰਘ ਨੇ ਲਾਗੋਂ ਆਵਾਜ਼ ਦਿੱਤੀ, ਦਾਲ ਵਾਲੀ ਦੇਗ ਉਬਲ ਗਈ। ਉਹ ਦਾਲ ਵਾਲੀ ਦੇਗ ਉੱਪਰ ਨੂੰ ਚੜ ਰਹੀ ਸੀ। ਭਾਈ ਸਾਹਿਬ ਉਸ ਵੇਲੇ ਉੱਠ ਕੇ ਜਾ ਕੇ ਫੜੇ, ਕੋਈ ਕੜਛਾ ਨਹੀਂ ਫੜਿਆ, ਕੋਈ ਸਿੱਪੀ ਨਹੀਂ ਫੜੀ, ਜਾ ਕੇ ਆਪਣੀਆਂ ਬਾਹਾਂ ਉਹਦੇ ਵਿੱਚ ਫੇਰ ਦਿੱਤੀਆਂ। ਹੈਰਾਨੀ ਦੀ ਗੱਲ ਹੋਈ ਜਦੋਂ ਬਾਹਾਂ ਬਾਹਰ ਕੱਢੀਆਂ ਤੇ ਉਦਾਂ ਦੀਆਂ ਉਦੀਆਂ ਹੀ ਸਨ। ਉਹ ਗੱਲ ਉੱਥੇ ਫੈਲ ਗਈ ਸਾਰੇ ਸਿੰਘਾਂ ਦੇ ਵਿੱਚ। ਬਾਬਾ ਵੀਰ ਸਿੰਘ ਹੁਣਾਂ ਨੇ ਸੱਦਿਆ ਕਿ ਭਗਵਾਨ ਸਿੰਘ ਇਹ ਕੀ ਕੀਤਾ? ਗੁਰਸਿੱਖ ਨੇ ਆਪਣੀਆਂ ਸ਼ਕਤੀਆਂ ਨਹੀਂ ਦਿਖਾਉਣੀਆਂ ਹੁੰਦੀਆਂ। ਉਸ ਵੇਲੇ ਭਾਈ ਭਗਵਾਨ ਸਿੰਘ ਜੀ ਨੇ ਮਾਫੀ ਮੰਗੀ ਤੇ ਕਿਹਾ ਕਿ ਅੱਗੇ ਤੋਂ ਨਹੀਂ ਹੋਇਆ। ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਹੋਇਆ, ਅਚਾਨਕ ਹੀ ਆਵਾਜ਼ ਆਈ ਤੇ ਮੈਂ ਉੱਠ ਕੇ ਇਹ ਕੰਮ ਕਰ ਦਿੱਤਾ, ਮੈਨੂੰ ਪਤਾ ਹੀ ਨਹੀਂ ਲੱਗਾ ਕੀ ਹੋਇਆ। ਜਦੋਂ ਲੰਗਰ ਦੇ ਵਿੱਚ ਸੇਵਾ ਕਰਦੇ ਆ, ਜਿਹਦੇ ਕੋਲ ਵੀ ਸੇਵਾ ਕਰਦੇ ਆ ਉਹਨੂੰ ਮਹਾਰਾਜ ਜੀ ਕਹਿ ਕੇ ਸੇਵਾ ਕਰਦੇ ਆ। ਉਹ ਮਹਾਰਾਜ ਜੀ ਕਹਿ ਕੇ ਸੇਵਾ ਕਰਨ ਦੇ ਕਰਕੇ ਉਹਨਾਂ ਨੂੰ ਸਾਰੇ ਮਹਾਰਾਜ ਸਿੰਘ ਹੀ ਕਹਿਣ ਲੱਗ ਪਏ ਔਰ ਉਸੇ ਨਾਮ ਤੋਂ ਹੀ ਉਹ ਫਿਰ ਮਸ਼ਹੂਰ ਹੋਏ। ਬੜੀ ਸੇਵਾ ਕੀਤੀ। 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜਦੋਂ ਚੜ੍ਹਾਈ ਕਰ ਜਾਂਦੇ ਆ ਤੇ ਉਸ ਤੋਂ ਬਾਅਦ ਚ ਜਿਹੜਾ ਵਾ ਬ੍ਰਿਟਿਸ਼ ਨੇ ਬਹੁਤ ਜ਼ੋਰ ਲਾਇਆ ਸਿੱਖ ਰਾਜ ਨੂੰ ਖਤਮ ਕਰਨ ਲਈ ਔਰ ਉਸ ਸਮੇਂ ਦੇ ਵਿੱਚ ਮਹਾਰਾਣੀ ਜਿੰਦਾਂ ਨੂੰ ਕੈਦ ਕਰ ਲਿਆ ਜਾਂਦਾ, ਮਹਾਰਾਜਾ ਦਲੀਪ ਸਿੰਘ ਨੂੰ ਕੀਤਾ ਜਾਂਦਾ ਔਰ ਬਾਬਾ ਵੀਰ ਸਿੰਘ ਨੌਰੰਗਾਬਾਦ ਵਾਲਿਆਂ ਤੇ ਹਮਲਾ ਕਰਕੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ। ਉਸ ਜਥੇ ਦੀ ਕਮਾਨ ਫਿਰ ਸੰਭਾਲਦੇ ਆ ਬਾਬਾ ਮਹਾਰਾਜ ਸਿੰਘ ਜੀ। ਉਸ ਤੋਂ ਬਾਅਦ ਚ ਸਿੱਖ ਰਾਜ ਨੂੰ ਪੁਨਰ ਜੀਵਿਤ ਕਰਨ ਲਈ ਬੜਾ ਸਿੱਖਾਂ ਦੇ ਵਿੱਚ ਹੌਸਲਾ ਭਰਦੇ ਦਿਨ ਰਾਤ। ਜਦੋਂ ਮਹਾਰਾਜਾ ਦਲੀਪ ਸਿੰਘ ਜੀ ਨੂੰ ਕੈਦ 'ਚ ਪਾਇਆ ਗਿਆ ਲਾਹੌਰ ਦੇ ਵਿੱਚ ਤੇ ਬਾਬਾ ਜੀ ਨੇ ਬਹੁਤ ਕੋਸ਼ਿਸ਼ ਕੀਤੀ ਛਡਾਉਣ ਦੀ, ਪਰ ਉਹ ਸਫਲ ਨਹੀਂ ਹੋ ਸਕੀ। ਚੱਲਦਾ ਰਹਿੰਦਾ ਸਮਾਂ। 1839-1849 ਵਿੱਚ ਬੇਦੀ ਬਿਕਰਮ ਸਿੰਘ ਹੁਣਾਂ ਨਾਲ ਰਲ ਕੇ ਧਰਮ ਯੁੱਧ ਮੋਰਚਾ ਗੋਰਿਆਂ ਦੇ ਖਿਲਾਫ ਸ਼ੁਰੂ ਕਰ ਦਿੰਦੇ ਆ। ਉਹਦਾ ਅਸਰ ਬਹੁਤ ਹੁੰਦਾ ਵਾ। ਸੰਗਤ ਦੇ ਵਿੱਚ ਇੱਕ ਨਵਾਂ ਜੂਝਣ ਲਈ ਚਾਅ ਪੈਦਾ ਸ਼ੁਰੂ ਹੋ ਜਾਂਦਾ ਵਾ। ਪਰ ਬੇਦੀ ਬਿਕਰਮ ਸਿੰਘ ਹੁਣਾਂ ਨੂੰ ਗੋਰੇ ਕੈਦ ਕਰ ਦਿੰਦੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਤੇ ਉੱਥੇ ਚੜ੍ਹਾਈ ਕਰ ਜਾਂਦੇ ਆ ਤੇ ਬਾਬਾ ਜੀ ਰਹਿ ਜਾਂਦੇ ਇਕੱਲੇ। ਪਰ ਇਹ ਆਪਣਾ ਹੌਸਲਾ ਨਹੀਂ ਹਾਰਦੇ, ਅੱਗੇ ਚੱਲਦੇ ਰਹਿੰਦੇ ਆ। ਸਮਾਂ ਹੁੰਦਾ ਵਾ, ਗੋਰੇ ਇਹਨਾਂ ਦੇ ਉੱਤੇ 10,000 ਰੁਪਏ ਦਾ ਉਸ ਵੇਲੇ ਏਡਾ ਵੱਡਾ ਇਨਾਮ ਬਾਬਾ ਜੀ ਦੇ ਸਿਰ ਦਾ ਰੱਖਿਆ ਜਾਂਦਾ। ਅਖੀਰ ਕਿਸੇ ਦੀ ਮੁਖਬਰੀ ਕਰਕੇ 28 ਦਸੰਬਰ 1849 ਨੂੰ ਬਾਬਾ ਜੀ ਫੜੇ ਜਾਂਦੇ ਆ ਔਰ ਉੱਥੋਂ ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਕੇ ਕਲਕੱਤੇ ਤੋਂ ਸਿੰਗਾਪੁਰ ਭੇਜਿਆ ਜਾਂਦਾ। ਅੱਜ ਜਿੱਥੇ ਅਸੀਂ ਖੜੇ ਆ ਇਹ ਗੁਰਦੁਆਰਾ ਹੈਗਾ ਜੀ ਸਿਲਟ ਰੋਡ ਸਿੰਗਾਪੁਰ ਦੇ ਵਿੱਚ। ਇੱਥੇ ਆ ਹਸਪੀਟਲ ਆ, ਇਹਦੇ ਅੱਗੇ ਇੱਧਰ ਜੇਲ੍ਹ ਸੀਗੀ, ਆਊਟਰੈਮ ਜੇਲ੍ਹ ਦੇ ਵਿੱਚ ਬਾਬਾ ਜੀ ਨੂੰ ਕੈਦ ਕਰ ਦਿੱਤਾ ਜਾਂਦਾ ਸੋਲਿਟਰੀ ਕਨਫਾਈਨਮੈਂਟ ਦੇ ਵਿੱਚ, ਜਿੱਥੇ ਉਹਨਾਂ ਨੂੰ ਕੋਈ ਮਿਲ ਨਹੀਂ ਸਕਦਾ। 40 ਬਾਏ 15 ਫੁੱਟ ਦਾ ਕਮਰਾ ਸੀਗਾ ਜਿਹਦੀਆਂ ਖਿੜਕੀਆਂ ਬੰਦ ਕਰਕੇ ਔਰ ਉਹਦੇ ਉੱਤੇ ਕੰਧਾਂ ਉਸਾਰ ਦਿੱਤੀਆਂ ਜਾਂਦੀਆਂ ਔਰ ਸਾਰੇ ਜਿਹੜੀ ਜੇਲ੍ਹ ਨੂੰ ਅਲੱਗ ਕਰਨ ਲਈ ਇੱਕ ਲੋਹੇ ਦਾ ਗੇਟ ਲਗਾ ਦਿੱਤਾ ਜਾਂਦਾ। ਬਾਬਾ ਜੀ ਦੇ ਕਮਰੇ ਦੇ ਵਿੱਚ ਇੱਕ ਵੀ ਜਿਹੜੀ ਹੈ ਲਾਈਟ ਦੀ ਬੂੰਦ ਨਹੀਂ ਆਉਂਦੀ ਜੀ। 1850 ਚ ਉਹਨਾਂ ਨੂੰ ਕੈਦ ਕੀਤਾ ਜਾਂਦਾ ਔਰ ਉੱਥੇ ਉਹ ਫਿਰ 6 ਸਾਲ ਉੱਥੇ ਕੈਦ ਰਹਿੰਦੇ ਆ ਬਿਨਾਂ ਕਿਸੇ ਲਾਈਟ ਤੋਂ, ਹਨੇਰੇ ਦੇ ਵਿੱਚ।
ਇੱਕ ਦਿਨ ਸਮਾਂ ਪਾ ਕੇ ਹੌਲੀ ਹੌਲੀ ਉਹਨਾਂ ਦਾ ਸਰੀਰ ਢਿੱਲਾ ਹੋਣਾ ਸ਼ੁਰੂ ਹੋ ਜਾਂਦਾ। ਤੁਸੀਂ ਅੱਜ ਸਮਝ ਸਕਦੇ ਆ ਜਦੋਂ ਸੂਰਜ ਦੀ ਲਾਈਟ ਨਾ ਮਿਲੂਗੀ ਕਮਰੇ ਚੋਂ ਬਾਹਰ ਨਹੀਂ ਜਾ ਸਕਦੇ, ਕਿਸੇ ਨੂੰ ਮਿਲ ਗਿਲ ਨਹੀਂ ਸਕਦੇ, ਔਰ ਉਮਰ ਜਿਹੜੀ ਉਹਨਾਂ ਦੀ 80 ਸਾਲ ਤੋਂ ਉੱਪਰ ਹੋ ਚੁੱਕੀ ਹੈ। ਉਹਨਾਂ ਨੂੰ ਇੱਕ ਦਿਨ ਜਦੋਂ ਫੜ ਕੇ ਬਾਬਾ ਜੀ ਦੇ ਪ੍ਰੋਬਲਮ ਆ ਜਾਂਦੀ, ਉਹਨਾਂ ਦੇ ਜੋੜਾਂ ਦੀਆਂ ਦਰਦਾਂ ਬਹੁਤ ਹੋਣ ਲੱਗ ਪੈਂਦੀਆਂ, ਬਹੁਤ ਜ਼ਿਆਦੀਆਂ ਦਰਦਾਂ, ਔਰ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਆ, ਜਿਹਨੂੰ ਲੀਗਲੀ ਬਲਾਈਂਡ ਕਹਿੰਦੇ ਆ ਕਿ ਉਹ ਬਹੁਤਾ ਤੁਰ ਨਹੀਂ ਸਕਦੇ ਕਿਸੇ ਪਾਸੇ ਨੂੰ ਵੀ ਵੇਖ ਕੇ। ਅੱਖਾਂ ਦੀ ਰੋਸ਼ਨੀ ਚਲ ਗਈ, ਸਰੀਰ ਨੂੰ ਦਰਦਾਂ ਹੋਣ ਲੱਗ ਪਈਆਂ। ਹੌਲੀ 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 ਸਰੀਰ ਜਿਹੜਾ ਕਮਜ਼ੋਰ ਹੁੰਦਾ ਗਿਆ, ਕਮਜ਼ੋਰ ਹੁੰਦਾ ਗਿਆ, ਇੱਥੋਂ ਤੱਕ ਕਮਜ਼ੋਰ ਹੋ ਗਿਆ ਕਿ ਚੜ੍ਹਾਈ ਕਰਨ ਤੋਂ 2 ਮਹੀਨੇ ਪਹਿਲਾਂ ਉਹਨਾਂ ਦੇ ਇੱਥੇ ਗਲਾ ਸੁੱਜ ਜਾਂਦਾ ਤੇ ਜ਼ੁਬਾਨ ਸੁੱਜ ਜਾਂਦੀ ਆ, ਔਰ ਉਹਨਾਂ ਨੂੰ ਜ਼ੁਬਾਨ ਦਾ ਕੈਂਸਰ ਹੋ ਜਾਂਦਾ। ਡਾਕਟਰ ਰਿਕਮੈਂਡ ਕਰਦੇ ਆ ਕਿ ਇਹਨਾਂ ਨੂੰ ਬਾਹਰ ਫਿਰਨ ਦਿੱਤਾ ਜਾਵੇ, ਪਰ ਉਸ ਵੇਲੇ ਵੀ ਜਿਹੜੀ ਬ੍ਰਿਟਿਸ਼ ਹਕੂਮਤ ਆ ਇਹ ਅਲਾਓ ਨਹੀਂ ਕਰਦੀ ਕਿ ਇਹਨਾਂ ਨੂੰ ਸੂਰਜ 'ਚ ਜਾਣ ਦਿੱਤਾ ਜਾਵੇ। ਅਖੀਰ ਬਾਬਾ ਜੀ 5 ਜੁਲਾਈ 1856 ਨੂੰ ਚੜ੍ਹਾਈ ਕਰ ਜਾਂਦੇ ਹਨ। ਉਸੇ ਫਿਰ ਜੇਲ੍ਹ ਦੇ ਬਾਹਰ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ। ਉਹ ਸੰਸਕਾਰ ਉੱਥੇ ਕੀਤਾ, ਉਹਨਾਂ ਦੀ ਯਾਦਗਾਰ ਬਣ ਗਈ ਹੌਲੀ ਹੌਲੀ। ਬੜਾ ਲੰਮੇ ਸਮੇਂ ਬਾਅਦ ਇੱਥੇ ਸਾਰੇ ਧਰਮਾਂ ਦੇ ਲੋਕ ਉੱਥੇ ਯਾਦਗਾਰ ਤੇ ਜਾਂਦੇ ਸੀਗੇ ਬਾਬਾ ਜੀ, ਕਿਉਂਕਿ ਪਹਿਲੇ ਫਰੀडम ਫਾਈਟਰ ਸੀਗੇ ਜਿਹੜੇ ਜੇਲ੍ਹ ਦੇ ਵਿੱਚ ਇੱਥੇ ਜਿਨ੍ਹਾਂ ਚੜ੍ਹਾਈ ਕੀਤੀ। ਉਸ ਤੋਂ ਬਾਅਦ 'ਚ 1966 ਦੇ ਕਰੀਬ ਜਿਹੜਾ ਉੱਥੋਂ ਫਿਰ ਉਹਨਾਂ ਦੀ ਯਾਦਗਾਰ ਜਿਹੜੀ ਸੀ ਉਹ ਜਿਹੜੀ ਯਾਦਗਾਰ ਸੰਭਾਲ ਲਿਆ ਕੇ ਇਸ ਥਾਂ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਸਿਲਟ ਰੋਡ ਬਣਿਆ ਹੋਇਆ, ਇਹਦੇ ਨਾਲ ਹੀ ਉਹਨਾਂ ਦੀ ਯਾਦਗਾਰ ਬਣਾ ਦਿੱਤੀ ਗਈ। ਆ ਜਿਹੜੀ ਤੁਸੀਂ ਦੇਖ ਰਹੇ ਹੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਥੇ ਪ੍ਰਕਾਸ਼ ਹੈ, ਪਰ ਪ੍ਰਕਾਸ਼ ਦੇ ਥੱਲੇ ਜਗ੍ਹਾ ਬਣੀ ਹੋਈ ਹੈ ਜਿਹੜੀ ਉਹਨਾਂ ਦੀ ਯਾਦਗਾਰ ਦੀ ਜਗ੍ਹਾ ਹੈ। ਇਹ ਜਿਹੜਾ ਗੁਰਦੁਆਰਾ ਸਾਹਿਬ ਆ ਇਹਦਾ ਗੁੰਬਦ ਬਹੁਤ ਵੱਡਾ ਹੈ, ਬਹੁਤ ਸੋਹਣਾ ਗੁਰਦੁਆਰਾ ਸਾਹਿਬ ਅੰਦਰੋਂ ਬਣਿਆ ਹੋਇਆ ਹੈ। ਜੇ ਪੰਜਾਬ ਤੋਂ ਬਾਹਰ ਕਿਸੇ ਵੀ ਵੱਡਾ ਗੁੰਬਦ ਦੇਖਣਾ ਹੋਵੇ ਗੁਰਦੁਆਰਾ ਸਾਹਿਬ ਤੇ ਸਭ ਤੋਂ ਵੱਡਾ ਗੁੰਬਦ ਇਹ ਸਿਲਟ ਰੋਡ ਜਿਹੜਾ ਸਿੰਗਾਪੁਰ ਵਿੱਚ ਹੈ ਇਹ ਹੈ। ਇਹ ਇੱਥੋਂ ਦਾ ਇਤਿਹਾਸ ਹੈ। ਗੁਰੂ ਪਿਆਰਿਓ, ਸਿੰਗਾਪੁਰ 'ਚ ਰਹਿਣ ਵਾਲੀਆਂ ਸੰਗਤਾਂ, ਹੋਰ ਆਲੇ ਦੁਆਲੇ ਤੋਂ ਆਉਣ ਵਾਲੀਆਂ ਸੰਗਤਾਂ ਇਸ ਸਥਾਨ ਤੇ ਬਹੁਤ ਆਉਂਦੀਆਂ ਵਾ। ਬਾਬਾ ਜੀ ਦੇ ਸ਼ਹੀਦੀ ਦਾ ਸਥਾਨ ਜਾਣ ਕੇ ਇੱਥੇ ਨਮਸਕਾਰ ਕਰਦੀਆਂ, ਉਹਨਾਂ ਨੂੰ ਯਾਦ ਕਰਦੀਆਂ। ਇਹ ਭਾਈ ਮਹਾਰਾਜ ਸਿੰਘ ਜੀ ਜਿਨ੍ਹਾਂ ਨੂੰ ਸ਼ਾਇਦ ਅਸੀਂ ਇਤਿਹਾਸ 'ਚ ਬਹੁਤਾ ਯਾਦ ਨਹੀਂ ਰੱਖ ਸਕੇ, ਦਾਸ ਨੇ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ, ਤੁਹਾਡੇ ਨਾਲ ਸਾਂਝ ਪਾਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਆਏ ਹੋਏ ਹਾਂ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਦੀ ਛਾਉਣੀ ਨੌਰੰਗਾਬਾਦ ਵਿਖੇ, ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਵਿੱਚ। ਔਰ ਇੱਥੋਂ ਦੇ ਜਿਹੜੇ ਮੁਖੀ ਜਥੇਦਾਰ ਨੇ ਸਿੰਘ ਸਾਹਿਬ ਜਦਰ ਬਾਬਾ ਰਛਪਾਲ ਸਿੰਘ ਜੀ ਸਾਡੇ ਸਨਮੁਖ ਨੇ। ਅੱਜ ਸ਼ਹੀਦੀ ਦਿਹਾੜਾ ਮਨਾਇਆ ਗਿਆ ਬਾਬਾ ਮਹਾਰਾਜ ਸਿੰਘ ਜੀ ਦਾ, ਜਿਹਨੂੰ CCP ਚੈਨਲ ਨੇ ਆਪ ਕਵਰ ਕੀਤਾ ਕਿ ਆਪਾਂ ਇਸ ਦੇ ਇਤਿਹਾਸ ਬਾਰੇ ਮਹਾਂਪੁਰਸ਼ਾਂ ਤੋਂ ਜਾਣਾਂਗੇ ਕਿ ਜਿਹੜਾ ਇਤਿਹਾਸ ਹੈ ਮਹਾਂਪੁਰਸ਼ੋ ਉਹ ਤੁਸੀਂ ਜ਼ਰੂਰ ਸਾਨੂੰ ਦੱਸੋ, ਉੱਚੀ ਖੁੱਲ੍ਹ ਕੇ ਉੱਚੀ ਆਵਾਜ਼ ਦੇ ਵਿੱਚ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਇੱਥੋਂ ਦਾ ਜਿਹੜਾ ਇਤਿਹਾਸ ਹੈ ਉਸ ਬਾਰੇ ਜਾਣਨਾ ਚਾਹੁੰਦੇ, ਜਿਹੜਾ ਅੱਜ ਦਿਨ ਮਨਾਇਆ ਉਹਦੇ ਬਾਰੇ ਵਿਸਥਾਰ ਨਾਲ ਰੋਸ਼ਨੀ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅੱਜ ਦਾ ਜਿਹੜਾ ਦਿਹਾੜਾ ਮਨਾਇਆ ਇੱਥੇ ਨੌਰੰਗਾਬਾਦ ਸੰਤਪੁਰਾ ਛਾਉਣੀ ਸ਼ਹੀਦ ਭਾਈ ਮਹਾਰਾਜ ਸਿੰਘ ਜੀ ਵਿੱਚ, ਇਹ ਇਹਨਾਂ ਦੇ ਨਾਂ ਤੋਂ ਹੀ ਹੈ। ਜਿਸ ਤਰ੍ਹਾਂ ਇਹਨਾਂ ਦੇ ਜਿਨ੍ਹਾਂ ਦੇ ਨਾਂ ਦੀ ਛਾਉਣੀ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਇਹ 5 ਜੁਲਾਈ 1856 ਨੂੰ ਰਾਜ ਖਾਲਸਾ ਦੀ ਪੁਨਰ ਉਸਾਰੀ ਵਾਸਤੇ ਜੋ ਪਹਿਲੇ ਸ਼ਹੀਦ ਹੋਏ ਭਾਈ ਮਹਾਰਾਜ ਸਿੰਘ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਅੱਛਾ, ਉਹਨਾਂ ਅੱਜ ਦਾ ਦਿਨ ਮਨਾਇਆ ਜਾਂਦਾ ਹੈ। ਇਹ ਕਦੋਂ ਦਾ ਮਨਾਉਂਦੇ ਆ ਰਹੇ ਤੁਸੀਂ? ਅਸੀਂ ਤਕਰੀਬਨ ਇਹ ਜਦੋਂ ਤੱਕ ਇੱਧਰ ਗੁਰੂ ਘਰ ਨਾਲ ਪ੍ਰੇਮ ਵਧਿਆ ਪਤਾ ਲੱਗਾ ਬਾਬਾ ਮਹਾਰਾਜ ਸਿੰਘ ਦੀ ਕੁਰਬਾਨੀ ਦਾ ਕੋਈ 25 ਸਾਲ ਹੋ ਗਏ, ਉਦੋਂ ਤੋਂ ਹੀ ਦਿਹਾੜਾ। ਤੇ ਬਾਬਾ ਜੀ ਇਸ ਛਾਉਣੀ ਦਾ ਬਾਬਾ ਮਹਾਰਾਜ ਸਿੰਘ ਜੀ ਦਾ, ਬਾਬਾ ਵੀਰ ਸਿੰਘ ਜੀ ਦਾ ਕੁਝ ਇਤਿਹਾਸ ਬਾਰੇ ਥੋੜੀ ਰੋਸ਼ਨੀ ਪਾਓ ਤਾਂ। ਇੱਕ ਮਾਤਾ ਰਾਮ ਕੌਰਾਂ ਜੀ ਦਾ ਉਹ ਅਟੈਚਮੈਂਟ ਕਰ ਦਿਓ, ਜਿਹੜੇ ਮਲੇਰਕੋਟਲੇ ਸਥਾਨ ਹੈ, ਚੌਥੀ ਮਾਤਾ ਖਾਲਸੇ ਦੀ ਥੋੜੀ ਜਾਣਕਾਰੀ ਵੀਰ ਮਲਕੇਸ਼ ਗ੍ਰੰਥ ਅਨੁਸਾਰ ਵੀ ਦੱਸੋ ਸਰ। ਵੀਰ ਮਰਕੇਸ਼ ਗ੍ਰੰਥ ਅਨੁਸਾਰ ਬੀਬੀ ਰਾਮ ਕੌਰ ਵਾਲਾ ਪ੍ਰਸੰਗ ਜਿਹੜਾ ਵਾ ਉਹ ਬਾਬਾ ਸਾਹਿਬ ਸਿੰਘ ਜੀ ਬੇਦੀ ਉਨਾ ਸਾਹਿਬ ਵਾਲਿਆਂ ਦੇ ਨਾਲ ਜੁੜਦਾ ਜਾ ਕੇ। ਇਹ ਸਾਰੀ ਸਾਖੀ ਜਿਹੜੀ ਆ ਇਹ ਬੜੇ ਲੰਮੇ ਪੜਾਵਾਂ ਦੇ ਵਿੱਚ ਹੈ ਤੇ ਸੰਗਲੀਆਂ ਜੋੜਨ ਵਾਲੀਆਂ, ਬੜੇ ਧਿਆਨ ਨਾਲ ਸੁਰਤੇ ਵਰਤੇ ਕਾਗਰ ਕਰਕੇ ਸੁਣਨ ਵਾਲੀ ਹੈ। ਕਿਉਂਕਿ ਇਹ ਜਿਹੜਾ ਵਰਤਾਰਾ ਵਾ ਇਹਦਾ ਕਰਨੀਨਾਮੇ 'ਚ ਜ਼ਿਕਰ ਕਰਤਾ ਗੁਰੂ ਨਾਨਕ ਸਾਹਿਬ ਨੇ ਸੱਚੇ ਸਾਹਿਬ ਸਿੰਘ ਦੇ ਰਾਜ ਵਿੱਚ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਬਾਬੇ ਕਲਾਧਾਰੀ ਨੇ ਜਦੋਂ ਬਾਬਾ ਸਾਹਿਬ ਸਿੰਘ ਬੇਦੀ ਦੇ ਜਨਮ ਦੀ ਪ੍ਰਾਪਤੀ ਦਾ ਵਰ ਲਿਆ ਤੇ ਨਾਂ ਉਦੋਂ ਹੀ ਰੱਖਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਹੜਾ ਕਾਜੀ ਰੁਕਨਦੀਨ ਨਾ ਗੁਰੂ ਨਾਨਕ ਸਾਹਿਬ ਦੱਸਣ ਡਿਆ।
ਵੀ ਉਹ ਬਾਬਾ ਸਾਹਿਬ ਸਿੰਘ ਦੀ ਗੱਲ ਹੁੰਦੀ ਹੈ। ਉਹ ਬਾਬਾ ਸਾਹਿਬ ਸਿੰਘ ਨੇ ਉਹ ਜਿਹੜੀ ਰਾਮ ਕੌਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਜੇ ਮਹਿਲਾਂ ਦੇ ਨਾਲ ਜਿਹੜੀ ਸੀ, ਇਤਿਹਾਸ ਦੇ ਵਿੱਚ ਵੀ ਇਹਦਾ ਜ਼ਿਕਰ ਵਿਰਲਾ ਵਾਂਝਾ ਮਿਲਦਾ। ਮਾਤਾ ਜੀਤੋ ਜੀ ਤੀਜੇ ਮਹਿਲ ਤੀਜੇ ਦੇ ਨਾਲ ਜਿਹੜੀ ਸੀ ਬੀਬੀ ਰਾਮ ਕੌਰ, ਵੀਰ ਮਰਗੇਸ਼ ਗ੍ਰੰਥ ਅਨੁਸਾਰ, ਬਾਕੀ ਇਤਿਹਾਸਾਂ ਦਾ ਨਹੀਂ ਸਾਨੂੰ ਪਤਾ। ਉਹਦੇ ਅਨੁਸਾਰ ਉਹ ਜਦੋਂ ਉੱਥੇ ਵਿਛੋੜਾ ਪੈ ਗਿਆ ਤੇ ਰਾਜਾ ਸ਼ੇਰ ਖਾਂ, ਨਵਾਬ ਮਲੇਰਕੋਟਲਾ, ਇਹਦੀ ਕਹਿ ਚੱਲ ਇਹਨੇ ਉਹਨਾਂ ਦੀ ਸੁੰਦਰਤਾ ਵੇਖ ਕੇ ਮੋਹਿਤ ਹੋ ਗਿਆ ਤੇ ਇਹਨੇ ਉਹਨਾਂ ਨਾਲ ਨਿਕਾਹ ਕਰਾਉਣ ਵਾਸਤੇ ਪੇਸ਼ਕਸ਼ ਕੀਤੀ। ਉਹ ਗੁਰੂ ਪਿਆਰੀ ਨੇ ਜਿਹਨੇ ਆਪਣਾ ਘਰ ਬਾਹਰ ਠੁਕਰਾ ਦਿੱਤਾ ਸੀ, ਇੱਕ ਗੁਰੂ ਚਰਨਾਂ ਦੇ ਪਿਆਰ ਜਾਣ ਕੇ ਗੋਲੀ ਬਣ ਕੇ ਆਈ, ਉਹਨੇ ਠੁਕਰਾ ਦਿੱਤੀ ਪੇਸ਼ਕਸ਼। ਉਹਨੂੰ ਦੱਸਿਆ ਵੀ ਦੇਖ ਉਹ ਵੀ ਤੇਰੇ ਗੁਰੂ ਦੇ ਚਾਰੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਈ, ਉਹ ਵੀ ਮਾਰਿਆ ਜਾ ਚੁੱਕੇ, ਤੇ ਤੂੰ ਕਿਹਦਾ। ਜਦੋਂ ਇਦਾਂ ਦੀਆਂ ਗੱਲਾਂ ਦੱਸੀਆਂ ਤੇ ਜ਼ਬਰਦਸਤੀ ਨਿਕਾਹ ਦੀ ਗੱਲ ਵੀ ਪਹੁੰਚੀ ਤੇ ਉਹਨੇ ਕਿਹਾ ਮੈਨੂੰ ਸੋਚਣ ਦਾ ਮੌਕਾ ਚਾਹੀਦਾ। ਉਹਨੇ ਆਪਣੇ ਆਪ ਨੂੰ ਇੱਕ ਕਮਰੇ 'ਚ ਬੰਦ ਕਰ ਲਿਆ ਬਾਗ 'ਚ। ਉੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਗੁਰੂ ਜੀ ਮੈਨੂੰ ਇਹਨਾਂ ਮਲੇਸ਼ਾਂ ਦੇ ਕੋਲੋਂ ਰੱਖਿਆ ਕਰੋ ਜਿੱਦਾਂ ਤੁਸੀਂ ਕਰਦੇ ਆਏ ਜੇ ਤੁਰ ਤੋਂ। ਤੇ ਉਹ ਗੁਰੂ ਸਾਹਿਬ ਨੂੰ ਜਾਂ ਤੇ ਪਤਾ ਸੀ ਤੇ ਜਾਂ ਮਾਤਾ ਰਾਮ ਕੌਰ ਨੂੰ। ਇਹ ਬਾਬਾ ਸਾਹਿਬ ਸਿੰਘ ਜੀ ਥਾਣੇ ਪ੍ਰਗਟ ਹੁੰਦੀ ਹੈ ਬਾਬਾ ਰਾਮ ਕੌਰ ਦੀ ਸਮਾਧੀ। ਅੱਛਾ, ਜਦੋਂ ਉਹ ਫਿਰ ਚੜ੍ਹਾਈ ਕੀਤੀ ਹੈ ਉਦੋਂ ਕੌਮ ਨੂੰ ਵੀ ਉਦੋਂ ਪਤਾ ਲੱਗਦਾ ਵੀ ਇਹ ਬਾਬਾ ਸਾਹਿਬ ਸਿੰਘ ਨਹੀਂ, ਬਾਬਾ ਗੁਰੂ ਗੋਬਿੰਦ ਸਿੰਘ ਹੀ ਹੈ, ਕਿਉਂਕਿ ਉਹ ਗੱਲ ਦਾ ਨਹੀਂ ਸੀ ਪਤਾ। ਹੋਰ ਵੀ ਸਾਖੀਆਂ ਵੀਰ ਮਰਗੇਸ਼ ਜਿਸ ਤਰ੍ਹਾਂ ਉਹ ਇੱਕ ਅਮਾਨਤ ਲੈਣ ਵਾਲੇ, ਇਹ ਕਰਕੇ ਤੁਸੀਂ ਜਿਸ ਤਰ੍ਹਾਂ ਕਿਹਾ ਵੀ ਇਹਦੇ ਵਿੱਚ ਇਹ ਜਿਹੜਾ ਸਾਰੇ ਇਤਿਹਾਸ ਦੇ ਵਿੱਚ ਕੇਂਦਰ ਬਿੰਦੂ ਤਾਣਾ ਪੇਟਾ ਹੈ। ਕਰਨੀਨਾਮੇ ਤੋਂ ਅਸੀਂ ਜਦੋਂ ਸ਼ੁਰੂ ਹੁੰਦੇ ਆ ਤੇ ਕਰਨੀਨਾਮਾ ਸਾਡੀ ਅਰਦਾਸ ਦੀ ਆਖਰੀ ਪੰਕਤੀ ਬਣ ਜਾਂਦਾ। ਤੁਸੀਂ ਇਸ ਥਾਂ ਤੇ ਉਹ ਮਹਾਂਪੁਰਸ਼ਾਂ ਦੀਆਂ ਫੋਟੋ ਲਾਈਆਂ ਹੋਈਆਂ ਸਾਰਿਆਂ ਦੀਆਂ, ਉਹਦਾ ਰਹੱਸ ਕੀ ਹੈ ਬਾਬਾ ਜੀ? ਇਹ ਰਹੱਸ ਜਿਹੜਾ ਵਾ ਇਹ ਤੇ ਜਿੱਦਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਜੀ ਨੇ ਆਖਿਆ ਨਾ ਵੀ ਥਾਲ ਵਿੱਚ 3 ਵਸਤੂ ਪਈ ਹੋ, ਇਹ ਵੀ 3 ਵਸਤੂ ਸਤ ਸੰਤੋਖ ਵਿਚਾਰੋ ਤੇ ਕਹਿੰਦੇ ਚੌਥੀ ਅੰਮ੍ਰਿਤ ਨਾਮ ਵੀ ਹੈਗਾ। ਪਰ ਇਹ ਕੀ ਹੈ, ਜੇ ਕੋ ਖਾਵੇ ਜੇ ਕੋ ਪੁੰਚਾ। ਇਤਿਹਾਸ ਸਟੇਜ ਤੇ ਸੁਣਾ ਦੇਣਾ, ਸਾਖੀਆਂ ਤੇ ਵਾਹ ਕਰ ਦੇਣੀ, ਕੀਰਤਨ ਤੇ ਝੂਮ ਉੱਠਣਾ। ਠੀਕ ਹੈ, ਚੰਗੀਆਂ ਗੱਲਾਂ ਮੰਜ਼ਿਲ ਵੱਲ ਨੂੰ ਜਾਂਦੀਆਂ ਹੋਣਗੀਆਂ, ਪਰ ਨਹੀਂ ਇਹ ਮੇਰਾ ਇੱਥੇ ਕੀ ਰਹਿ ਜਾਣਾ। ਇਹਨਾਂ ਦੇ ਨਾਂ ਕੀ ਸਾਰਿਆਂ ਦੇ? ਇਹਦੇ ਤੋਂ ਗਾਂ ਜਿਹੜੀ ਗੱਲ ਜਿਹੜੇ ਉਹ ਸਮਝ ਸਕਦੇ ਆ। ਭਿੰਨ ਭਿੰਨ ਸਭ ਹੂੰ ਕਰ ਜਾਨਾ, ਏਕ ਰੂਪ ਕਿਨਹੂ ਪਹਿਚਾਨਾ, ਜਿਨ ਜਾਨਾ ਤਿਨਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਗੁਰੂ ਸਾਹਿਬ ਕਹਿੰਦੇ ਵੀ ਨਹੀਂ, ਸਾਰਿਆਂ ਭਿੰਨ ਭਿੰਨ ਕਰਕੇ ਜਾਣਿਆ। ਇਸ ਤਰ੍ਹਾਂ ਇਹ ਜਿਹੜਾ ਵਾ ਨਾ ਇਹ ਗੁਰੂ ਨਾਨਕ ਸਾਹਿਬ ਦੀ ਖੇਡ ਜਿਹੜੀ ਜਦੋਂ ਚੱਲੀ ਤੇ 3 ਜਾਮੇ ਚੱਲੀ ਤੇ 3 ਤੋਂ ਫਿਰ ਸੋਢੀਆਂ ਤੋਂ ਬੇਦੀਆਂ ਦੇ ਆਈ। ਹਾਂਜੀ, ਤੇ ਬੇਦੀਆਂ ਤੋਂ ਗਾਂ ਫਿਰ ਆਣ ਕੇ ਚੌਥੇ ਜਾਮੇ ਤੱਕ 5ਵੇਂ ਤੱਕ ਜਿਹੜਾ ਹੀ ਜਬਰ ਨੂੰ ਜ਼ੁਲਮ ਨੂੰ ਜਬਰ ਨੂੰ ਸਬਰ ਨਾਲ ਟਾਕਰ ਦਿੱਤੀ। ਠੀਕ ਹੈ। ਹੁਣ ਇੱਥੇ ਆ ਕੇ ਸਿੱਖੀ 'ਚ ਨਵਾਂ ਮੋੜ ਆਉਂਦਾ ਜਿੱਦਾਂ ਹਾਂਜੀ, ਇੱਥੇ ਸਿਪਾਹੀ ਕਹਿੰਦੇ ਕੋਈ ਵੀ ਚੀਜ਼ ਪ੍ਰਗਟ ਹੁੰਦੀ ਹੈ ਤੇ ਉਹਦੇ ਮਗਰ ਕਿਸੇ ਮਹਾਂਪੁਰਸ਼ ਸੰਤ ਦੀ ਪਾਵਰ ਹੁੰਦੀ ਹੈ। ਇਸ ਸਥਾਨ ਦੇ ਨਾਲ ਕਿਹੜੀਆਂ ਕਿਹੜੀਆਂ ਮਹਾਂਪੁਰਸ਼ ਸ਼ਖਸੀਅਤਾਂ ਜੁੜੀਆਂ ਹੋਈਆਂ ਬਾਬਾ ਜੀ, ਉਹਨੇ ਬਾਰੇ ਰੋਸ਼ਨੀ ਪਾਓਗੇ? ਜਿਹਨਾਂ ਨੇ ਅੱਜ ਹਾਜ਼ਰੀ ਵੀ ਲਾਈ, ਜਿਨ੍ਹਾਂ ਨੇ ਅੱਜ ਇਸ ਸ਼ਹੀਦੀ ਦਿਹਾੜੇ ਤੇ ਇਹਨਾਂ ਦੇ ਨਾਲ ਜਿੱਦਾਂ ਇਹ ਰਹੱਸਮਈ ਜਗ੍ਹਾ ਸੰਤਪੁਰਾ ਸੰਸਾਰ ਦਾ ਦੀਵਾ ਜਿਹਨੂੰ ਕਹਿ ਸਕਦੇ ਹਾਂ। ਤਕਰੀਬਨ ਸਿੱਖ ਜਗਤ ਦੀਆਂ ਸਾਰੀਆਂ ਹੀ ਸੰਪਰਦਾਵਾਂ, ਸਾਰੀਆਂ ਹੀ ਜਿੰਨੀਆਂ ਵੀ ਜਮਾਤਾਂ ਸਿੱਖ ਦੀ ਚੜ੍ਹਦੀ ਕਲਾ ਦੀ ਕੰਮ ਕਰ ਰਹੀਆਂ ਜਾਂ ਜੋ ਵੀ ਸੰਭਾਲ ਕਰ ਰਹੀਆਂ ਜਾਂ ਸਿੱਖੀ ਦੇ ਨਾਂ ਤੇ ਪਾਲ ਵੀ ਰਹੀਆਂ, ਉਹ ਸਾਰੀਆਂ ਦੀ ਬੈਕਗ੍ਰਾਉਂਡ ਜਿਹੜੀ ਇੱਥੋਂ ਇਸ ਜਗ੍ਹਾ ਨਾਲ ਜੁੜਦੀ, ਇੱਥੋਂ ਨਾਲ ਜੁੜਦੀ, ਇੱਥੋਂ ਨਾਲ ਜੁੜਦੀ। ਇੱਦਾਂ ਹੀ ਇਹ ਜਿਹੜੀ ਆਹ ਜਗ੍ਹਾ ਵਾ ਜਿੱਥੇ ਅੱਜ ਆਪਾਂ ਖੜੇ ਹਾਂ, ਇਹ ਜਗ੍ਹਾ ਇੱਧਰ ਨਜ਼ਰ ਮਾਰੀਏ, ਹਾਂਜੀ, ਇੱਧਰ ਗੁਰਦੁਆਰਾ ਬਾਬਾ ਵੀਰ ਸਿੰਘ ਜੀ, ਜਿੱਥੇ ਬਾਬਾ ਜੀ ਦੀਆਂ ਅਸਥੀਆਂ ਬਹੁਤ ਵੱਡਾ ਦਰਬਾਰ ਬਣ ਰਿਹਾ ਉਹ ਸਾਹਮਣੇ। ਹਾਂਜੀ, ਇੱਧਰ ਵੇਖੀਏ, ਇੱਧਰ ਬਾਬਾ ਸਾਹਿਬ ਸਿੰਘ ਜੀ, ਹਾਂਜੀ, ਹਾਂਜੀ, ਅਗਲੇ ਬੰਨੇ ਬਾਬਾ ਖੁਦਾ ਸਿੰਘ ਜੀ ਦਾ ਨਿਸ਼ਾਨ ਝੂਲ ਰਿਹਾ, ਅੱਛਾ, ਸਾਰਿਆਂ ਦੇ ਅਗਲੇ ਬੰਨੇ ਬਾਬਾ ਵੀਰ ਸਿੰਘ ਜੀ, ਅਗਲੇ ਬੰਨੇ ਬਾਬਾ ਸੋਭਾ ਸਿੰਘ ਜੀ। ਠੀਕ ਹੈ। ਤਲਾਅ ਦੇ ਕੰਢੇ ਤੇ ਛੋਟੇ ਬਾਬਾ ਵੀਰ ਸਿੰਘ ਜੀ ਦਾ ਸਥਾਨ। ਇਹ ਜਿਹੜੀ 90 ਏਕੜ ਦੀ ਜਗ੍ਹਾ ਜਿਹੜੀ ਹੈ ਨਾ, ਇਹ ਜਿਹੜੀ ਹਾਂ, ਅੱਛਾ, 90 ਏਕੜ ਵਿੱਚ ਫੈਲਿਆ ਸੰਤਪੁਰਾ। 90 ਏਕੜ ਦੇ ਸੰਤਪੁਰਾ ਫੈਲਿਆ ਹੋਇਆ। ਹਾਂ, ਅੱਜ ਨਹੀਂ, ਹਾਂ ਹਾਂ, ਇਹ ਗੁਰੂ ਨਾਨਕ ਸਾਹਿਬ ਜਦੋਂ ਆਏ ਉਦੋਂ ਵੀ ਵੱਡਾ ਹੋਊਗਾ। ਠੀਕ ਹੈ ਜੀ। ਫਿਰ 6ਵੇਂ ਜਾਮੇ ਚ ਆਏ ਜਦੋਂ, ਫਿਰ ਇੱਥੇ ਰਹਿਣ ਵਾਲੇ ਉਹਦੇ ਰਾਮਦਿਆਲ ਨੂੰ ਜਦੋਂ ਦੱਸ ਗਏ ਕਿ ਅਸੀਂ ਇੱਥੇ ਆਪ ਆਵਾਂਗੇ, ਹਾਂਜੀ, ਤੇ ਉਹ ਛੱਡ ਗਏ ਤੇ ਉਦੋਂ ਬਾਅਦ ਫਿਰ ਆਪ ਬਾਬਾ ਵੀਰ ਸਿੰਘ ਜੀ ਹੋ ਕੇ ਆਏ ਇੱਥੇ ਦੇਖਣ ਆਵੇ।
ਆਪ ਉਹ ਜਿਹੜੀਆਂ ਪੰਕਤੀਆਂ ਨਾ ਕਰਨੀ ਨਾਮੇ ਦੀਆਂ ਦੇਖਣ ਆਵੇ ਆਪ ਸੱਚੇ ਸਾਹਿਬ ਸਿੰਘ ਦੇ ਰਾਜ ਨੂੰ ਹਾਂਜੀ ਹਾਂਜੀ ਉਹ ਵਰਤਾਰੇ ਦੇ ਇਹ ਜਿਹੜੇ ਗਵਾਹ ਵਾ ਇਹ ਜਿਹੜੇ ਬਾਬਾ ਵੀਰ ਸਿੰਘ ਤੇ ਬਾਬਾ ਮਹਾਰਾਜ ਸਿੰਘ ਇਹਨਾਂ ਨੂੰ ਸਮਝਣ ਵਾਸਤੇ ਨਾ ਇੱਕ ਵੱਖਰੀ ਦ੍ਰਿਸ਼ਟੀ ਦੀ ਲੋੜ ਹੈ। ਮੈਂ ਆਪ ਜੀ ਨੂੰ ਜਿਹੜੀ ਸਪਸ਼ਟ ਨਹੀਂ ਜਿਹੜੇ ਉਹ ਮਹਾਂਪੁਰਸ਼ਾਂ ਦੀ ਫੋਟੋ ਲਾਈਆਂ ਹੋਈਆਂ ਨੇ ਉਹਨਾਂ ਦੇ ਨਾਂ ਲਿਆ ਜੇ ਸਾਰਿਆਂ ਦੇ ਜਿੰਨੇ ਤਾਂ ਇਹ ਜਿਹੜੀ ਸੰਪਰਦਾ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਤਰੁੱਟ ਕੇ ਆਪ ਬਖਸ਼ਿਸ਼ ਕਰਨ ਲੱਗੇ ਆਪਣੇ ਪੁੱਤਰ ਖਾਲਸੇ ਤੇ ਉਹਨਾਂ ਨੇ ਉਹ ਜਿਹੜੀ ਜ਼ਿੰਮੇਵਾਰੀ ਦੀ ਦਿੱਤੀ ਆ ਉਹ ਭਾਈ ਦਇਆ ਸਿੰਘ ਥਾਣੀ ਚੱਲੀ ਭਾਈ ਦਇਆ ਸਿੰਘ ਤੇ ਧੰਨ ਧੰਨ ਸਾਹਿਬ ਸ੍ਰੀ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਇਹ ਚਲਾਈ ਨਾ ਇਹ ਜਿਹੜੀ ਇਹ ਜਮਾਤ ਭਾਈ ਦਇਆ ਸਿੰਘ ਜੀ ਉਹਨੇ ਜਿਹਨਾਂ ਨੂੰ ਮਰੇ ਨੇ ਅਮਰ ਪੰਜਾਂ ਪਿਆਰਿਆਂ ਦੇ ਮੁਖੀ ਜਿਨ੍ਹਾਂ ਤੋਂ ਗੁਰੂ ਗੋਬਿੰਦ ਸਿੰਘ ਰਾਏ ਨੇ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਬਣੇ। ਅੱਛਾ ਜਦ ਇਹੀ ਕਰਜ਼ ਚੁਕਾਉਣ ਵਾਸਤੇ ਉਹਨਾਂ ਕਿਹਾ ਨਾ ਦਇਆ ਸਿੰਘ ਆ ਤੇਰਾ ਕਰਜ਼ ਵੜਾ ਗੁਰੂ ਨਾਨਕ ਦੇ ਘਰ ਤੇ ਤੇ ਤੜਫ ਕੇ ਜਾ ਪਿਆ ਭਾਈ ਦਇਆ ਸਿੰਘ ਜੀ ਮਹਾਂਪੁਰਸ਼ ਆਂਦੇ ਵੀ ਇਹ ਕੀ ਕਹਿਤਾ ਜੀ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ ਹੈਗਾ ਵਾ ਇੱਕ ਤੇ ਤੈਨੂੰ ਪਹਿਲਾ ਸਿਰ ਦਿੱਤਾ ਹੀ ਗੁਰੂ ਨਾਨਕ ਦੇ ਘਰ ਨੂੰ ਬਾਕੀ ਬਾਅਦ ਚਿੱਠੇ ਪਹਿਲਾ ਸਿਰ ਤੂੰ ਲੈ ਕੇ ਉੱਠਿਆ ਭੇਟ ਕਰਤਾ ਜੀ ਦੂਜਾ ਤਾਂ ਉਹ ਚਾਹੀਦਾ ਨਾ ਜਿਹਨੇ ਸਾਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਕੀਤਾ। ਭਾਈ ਦਇਆ ਸਿੰਘ ਦੀ ਮੁੱਢ ਚੱਲਦੇ ਨੇ ਭਾਈ ਦਇਆ ਸਿੰਘ ਮੁੱਢ ਨੇ ਤਕਰੀਬਨ ਸਿੱਖ ਜਗਤ ਦੀਆਂ ਤਰਨਾ ਦਲ ਬੁੱਢਾ ਦਲ ਟਕਸਾਲਾਂ ਵਿਧੀ ਚੰਦ ਦਾ ਘਰ ਛੱਡ ਕੇ ਬਾਕੀ ਸਾਰੀਆਂ ਸੰਪਰਦਾਵਾਂ ਬੜੇ ਮਾਣ ਨਾਲ ਲਿਖ ਕੇ ਲਾਇਆ ਹੈ ਕਿ ਸਾਡਾ ਜਿਹੜਾ ਮੁੱਢ ਹੈ ਉਹ ਹੈ ਧੰਨ ਧੰਨ ਬਾਬਾ ਦਇਆ ਸਿੰਘ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਨ ਧੰਨ ਭਾਈ ਦਇਆ ਸਿੰਘ ਜੀ ਪੰਜਾਂ ਪਿਆਰਿਆਂ ਚੋਂ ਧੰਨ ਧੰਨ ਬਾਬਾ ਸੁਭਾ ਸਿੰਘ ਜੀ ਧੰਨ ਧੰਨ ਬਾਬਾ ਸਾਹਿਬ ਸਿੰਘ ਜੀ ਬੇਦੀ ਜਿਨ੍ਹਾਂ ਨੂੰ ਕੌਮ ਨੇ ਗੁਰੂ ਗੋਬਿੰਦ ਸਿੰਘ ਕਰਕੇ ਮੰਨਿਆ ਜਿਨ੍ਹਾਂ ਨੂੰ ਰਾਮ ਕੌਰ ਵਾਲੀ ਸਾਖੀ ਦਾ ਆਪਾਂ ਜ਼ਿਕਰ ਕੀਤਾ ਉਦੋਂ ਅੱਗੇ ਧੰਨ ਧੰਨ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ ਉਦੋਂ ਅੱਗੇ ਆਉਂਦੇ ਨੇ ਧੰਨ ਧੰਨ ਸ਼ਹੀਦ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਜਿੱਥੇ ਅੱਜ ਆਪਾਂ ਖੜੇ ਹੋ ਉਹਨਾਂ ਤੋਂ ਬਾਅਦ ਇਹ ਆਉਂਦੇ ਨੇ ਧੰਨ ਧੰਨ ਬਾਬਾ ਭਾਈ ਮਹਾਰਾਜ ਸਿੰਘ ਜੀ ਭਾਈ ਮਹਾਰਾਜ ਸਿੰਘ ਇੱਥੇ ਆ ਕੇ ਇੱਥੋਂ ਅੱਗੇ ਭਾਈ ਰਾਮ ਸਿੰਘ ਜੀ ਹੈ ਬਾਬਾ ਖੁਦਾ ਸਿੰਘ ਜੀ ਹੈ ਪਰ ਇੱਥੋਂ ਆ ਕੇ ਤਕਰੀਬਨ ਜਦੋਂ ਇਹਨਾਂ ਦਾ ਸਿਰ ਦਾ ਇਨਾਮ ਰੱਖ ਦਿੱਤਾ ਜਾਂਦਾ ਹੈ ਇਹ ਡੇਰਾ ਉੱਜੜ ਜਾਂਦਾ ਹੈ ਤਬਾਹ ਹੋ ਜਾਂਦਾ ਉਦੋਂ ਬਾਅਦ ਫਿਰ ਇਹਨਾਂ ਦਾ ਕਿਸੇ ਨੇ ਕੋਈ ਨਾਂ ਨਹੀਂ ਲਿਆ। ਇੱਥੇ ਨਾਗੋਕੇ ਵਾਲੇ ਮਹਾਂਪੁਰਸ਼ਾਂ ਦਾ ਕੋਈ ਨਾਂ ਲੈਂਦੇ ਨਾਗੋਕੇ ਵਾਲੇ ਉਹਨਾਂ ਦਾ ਕੀ ਰੋਲ ਹੈ? ਨਾਗੋਕਿਆਂ ਵਾਲੇ ਮਹਾਂਪੁਰਸ਼ ਵੀ ਇਸ ਤਰ੍ਹਾਂ ਹੀ ਇੱਕ ਉਹ ਗੁੱਜੀ ਕੌਮ ਦੀ ਇੱਕ ਉਹ ਦਾਸਤਾਨ ਵਾ ਵੀ ਜਿਵੇਂ ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ ਉਹਨਾਂ ਦਾ ਜੇ ਥੋੜਾ ਪਿਛਾਂਹ ਜਾਈਏ ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਮੋਢਾ ਜੋੜ ਕੇ ਸੰਘਰਸ਼ ਦੇ ਵਿੱਚ ਚੱਲਦੇ ਰਹੇ। ਨਾਗੋਕਿਆਂ ਵਾਲਿਆਂ ਨਾਗੋਕੇ ਨਗਰ ਦੇ ਤਕਰੀਬਨ ਮਹਾਨ ਸ਼ਹੀਦ ਜਿਹੜੇ ਉਹ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਨਾਗੋਕਿਆਂ ਵਾਲਿਆਂ ਦੀ ਰਹਿਨਮਾਈ ਕਬੂਲ ਕੇ ਉਹਨਾਂ ਦੇ ਅਨੁਸਾਰ ਉੱਥੇ ਜਪ ਤਪ ਕਰਕੇ ਪਹਿਲਾਂ ਸੰਤ ਬਣੇ ਤੇ ਫਿਰ ਅੱਗੇ ਜਾ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੀ ਰਹਿਨਮਾਈ ਵਿੱਚ ਸਿਪਾਹੀ ਬਣ ਕੇ ਤੇ ਪ੍ਰਵਾਨ ਪਏ ਅੱਜ ਜਿਹੜੇ ਪੂਜੇ ਜਾ ਰਹੇ ਨੇ ਨਾਗੋਕਿਆਂ ਦੇ ਉਹ ਨਗਰ ਦੇ ਉਹਨਾਂ ਦੇ ਭਰਾ ਤੇ ਭਰਜਾਈ ਵੀ ਇਹ ਸੰਘਰਸ਼ ਦੇ ਵਿੱਚ ਸਨ 87 ਦੇ ਵਿੱਚ ਸ਼ਹੀਦ ਕਰ ਦਿੱਤਾ ਹਿੰਦੁਸਤਾਨੀ ਹਕੂਮਤ ਨੇ ਨਾਗੋਕੇ ਚੌਂਕ ਦੇ ਵਿੱਚ ਖਿਲਾਰ ਕੇ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਸ਼ਹੀਦ ਕਰ ਦਿੱਤਾ ਨਕਲੀ ਮੁਕਾਬਲਾ ਬਣਾ ਕੇ ਕਿਉਂਕਿ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਮੇਨ ਜਿਹੜੇ ਸਲਾਹਕਾਰ ਸੀ। ਇੱਕ ਤਾਂ ਨਾਗੋਕੇ ਵਾਲੇ ਮਹਾਂਪੁਰਸ਼ ਆ ਗਏ ਹੋਰ ਕਿਹਨਾਂ ਦਾ ਆਸ਼ੀਰਵਾਦ ਨਾਲ ਇਹ ਛਾਉਣੀ ਪਹਿਲਾਂ ਚੱਲ ਰਿਹਾ ਹੋਰ ਇੱਥੇ ਧੰਨ ਧੰਨ ਬਾਬਾ ਦਇਆ ਸਿੰਘ ਈਸ਼ਵਰ ਸਿੰਘ ਵਾਲੇ ਧੰਨ ਧੰਨ ਬਾਬਾ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਉਹਨਾਂ ਦੀ ਅੰਸ਼ ਬਾਬਾ ਦਇਆ ਸਿੰਘ ਜੀ ਇੱਥੇ ਇਹ ਕਰਵਾ ਕੇ ਗਏ ਨੇ ਜਿਹੜਾ ਪ੍ਰਕਾਸ਼ ਹੈ। ਇਹਨਾਂ ਸਭ ਦੇ ਨਾਲ ਸਭ ਤੋਂ ਜ਼ਿਆਦਾ ਜਿਹੜਾ ਯੋਗਦਾਨ ਜਿਹੜਾ ਨਾਲ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਇਹ ਸਾਡੇ ਕੋਲ ਜਦੋਂ ਅਸੀਂ ਜੇਲ੍ਹ ਚੋਂ ਆਏ 2009 ਚ ਇਹੀ ਉਦੋਂ ਤੋਂ ਹੀ ਇਹ ਮਹਾਂਪੁਰਸ਼ ਜਿਹੜੇ ਉਦੋਂ ਤੋਂ ਹੀ ਸਾਡੇ ਨਾਲ ਇੱਥੇ ਮਿਸਲ ਦੇ ਮੁਖੀ ਨੇ ਨਹੀਂ ਜੱਸਾ ਸਿੰਘ ਰਾਮਗੜੀਆ ਮਿਸਲ ਦੀ ਦਸਤਾਰ ਇਹਨਾਂ ਦੇ ਮੁਖੀ ਨੇ ਉਦੋਂ ਤੋਂ ਜਦੋਂ ਇੱਥੇ ਅਸੀਂ ਬਾਬਾ ਸਾਹਿਬ ਸੰਦ ਇੱਥੇ ਪ੍ਰਕਾਸ਼ ਕੀਤਾ ਉਦੋਂ ਤੋਂ ਹੀ ਆ ਰਿਹਾ। ਬਾਅਦ ਚ ਇਹਨਾਂ ਨੇ ਜਿਤਨਾ ਅੱਜ ਵੀ ਤੁਸੀਂ ਵੇਖਿਆ ਵੀ ਚੱਲਦੇ ਆਪਣੀ ਸਲਤਨਤ ਦੇ ਵਿੱਚ ਆਪਣੇ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਬਣ ਕੇ ਤੇ ਉਦਾਂ ਹੀ ਇਹਨਾਂ ਇਹ ਸਾਰਾ ਅਲੀਕਦੇ ਹੁੰਦੇ ਸੀ ਇਸ਼ਾਰੇ ਕਰਦੇ ਹੁੰਦੇ ਸੀ ਉਹ ਹੁਣ ਸਮਝਾਉਂਦੀਆਂ ਸਾਨੂੰ ਤੇ ਕੋਈ ਨਿੱਕੀ ਜੀ ਕੋਈ ਖੰਜਰ ਕੋਈ ਛੁਰੀ ਫੜਨੀ ਵੀ ਨਹੀਂ ਆਉਂਦੀ ਤੇ ਅੱਜ ਸ਼ਸਤਰਾਂ ਦੀ ਪੂਜਾ ਕਰਨ ਦੀ ਜਾਚ ਸ਼ਸਤਰਾਂ ਦੀਆਂ ਦਾਤਾਂ ਸ਼ਸਤਰਧਾਰੀ ਸਿੰਘ ਸਿਆਰੇ ਪਿਆਰੇ ਤੇ ਸ਼ਸਤਰਧਾਰੀ ਫੌਜਾਂ ਇੱਥੇ ਆਉਂਦੀਆਂ ਤਿਲਕ ਲੱਗਦੇ ਆ ਦਸਮ ਦੇ ਪ੍ਰਕਾਸ਼ ਹੈ ਸਭ ਕੁਝ ਤੇ ਅੱਜ ਉਹਦੇ ਵਿੱਚ ਤਕਰੀਬਨ ਜਿਹੜਾ ਬਰਾਬਰ ਤੇ ਯੋਗਦਾਨ ਸਰੀਰਕ ਰੂਪ ਤੇ ਸਾਨੂੰ ਸਭ ਤੋਂ ਜ਼ਿਆਦਾ ਮਿਲਿਆ ਉਹ ਬਾਬਾ ਜਰਨੈਲ ਸਿੰਘ ਜੀ ਫਤਿਹਗੜ੍ਹ ਸਾਹਿਬ ਮਹਾਂਪੁਰਸ਼ ਇਹਨਾਂ ਦਾ ਮਿਲਿਆ। ਮਹਾਂਪੁਰਸ਼ੋ ਆਪ ਜੀ ਦੋ ਸ਼ਬਦ ਖਾਲਸੇ ਪਾਸੇ ਚੜ੍ਹਦੀ ਕਲਾ ਰੱਖੇ ਉਹ ਸਮਾਗਮ ਮਨਾਇਆ ਜਾਂਦਾ ਵੀ ਉਹ ਖਾਲਸਾ ਰਾਜ ਪ੍ਰਗਟ ਕਰੇ ਗੁਰੂ ਮਹਾਰਾਜ ਹੁਣ ਖਾਲਸਾ ਰਾਜ ਦੀ ਬਹੁਤ ਹੋ ਗਿਆ ਪਹਿਲਾਂ ਲੰਮਾ ਚੌੜਾ ਹਾਂਜੀ ਹਾਂਜੀ ਰਾਜ ਪਲਟੀ ਮੰਗ ਰਿਹਾ ਗੁਰੂ ਸਾਹਿਬ ਵੀ ਪਲਟੀ ਮੰਗ ਰਿਹਾ ਰਾਜ ਦੀ ਖਾਲਸਾ ਰਾਜ ਪ੍ਰਗਟ ਹੋਣਾ ਸੰਵਿਧਾਨ ਖਾਲਸਾ ਜਿਹੜਾ ਪ੍ਰਗਟ ਕੀਤਾ ਸੰਵਿਧਾਨ ਦੇ ਵਿਸਾਖੀ ਨੂੰ ਉਹ ਲਾਗੂ ਹੋਣਾ ਚਾਹੀਦਾ ਸੰਵਿਧਾਨ 1699 ਈਸਵੀ ਵਾਲਾ ਸੰਵਿਧਾਨ ਤੁਸੀਂ ਉਹਨੂੰ ਲਾਗੂ ਮੰਗਦੇ ਹੋ? ਲਾਗੂ ਮੰਗਣਾ ਸਾਰੇ ਸੰਸਾਰ ਤੇ ਲਾਗੂ ਹੋਣਾ ਚਾਹੀਦਾ ਅਸੀਂ ਫੁੱਟੂ ਨਾ ਪਰ ਨਹੀਂ ਤਾਂ ਫਿਰ ਕਰੋਨਾ ਨੇ ਘੇਰੀ ਆ ਤੁਹਾਡੇ ਸਾਹਮਣੇ
ਭੈਣ ਜੀ ਤੁਸੀਂ ਕੁਝ ਬਚਨ ਬੋਲਣੇ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਜੋ ਅਮਰ ਛਕੋ, ਬਾਣੀ ਬਾਣੇ ਦੇ ਧਾਰਨੀ ਹੋਵੋ, ਗੁਰਸਿੱਖੀ ਜੀਵਨ ਅਪਣਾਓ ਔਰ ਉਹਨਾਂ ਨੂੰ ਉਪਦੇਸ਼ ਦਿਓ, ਆਪ ਬਣਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਅੱਛਾ ਲੱਗਿਆ ਬਾਬਾ ਜੀ, ਆਪ ਜੀ ਨੂੰ ਅਸੀਂ ਅੱਜ ਪ੍ਰੋਗਰਾਮ ਵੇਖਿਆ, ਤੁਹਾਡਾ ਕੱਲ ਤੋਂ ਹੀ ਆਏ ਹੋਏ ਆ, ਸਾਨੂੰ ਬਹੁਤ ਅੱਛਾ ਲੱਗਿਆ। ਔਰ ਆਪ ਜੀ ਨੇ ਬਹੁਤ ਹੀ ਗੁਰੂ ਦੀ ਮਰਿਆਦਾ ਜੋ ਆਪਣੇ ਇਸ ਦਿਨ ਮਨਾਉਂਦੇ ਹੋ, ਆਪ ਜੀ ਨੂੰ ਮੁਬਾਰਕ ਹੈ। ਆਪ ਦੀ ਸੇਵਾ ਨੂੰ ਨਮਨ ਕਰਦੇ ਹਾਂ ਮਹਾਰਾਜ। ਅਸੀਂ ਸਾਡੀ ਹਾਜ਼ਰੀ ਪ੍ਰਵਾਨ ਕਰੋ। ਅਸੀਂ ਮੈਂ ਸੁਨੀਲ ਸਿੰਘ ਕਪੂਰ, CCP ਨਿਊਜ਼ ਤੋਂ ਚੀਫ ਐਡੀਟਰ, ਨੌਰੰਗਾਬਾਦ, ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ, ਛਾਉਣੀ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।